ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਮਨਜੀਤ ਸਿੰਘ ਨਿੱਜਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੇ ਨਾਲ ਅੱਜ ਬੈਠੇ ਨੇ ਸਰਦਾਰ ਚਰਨ ਕਮਲ ਸਿੰਘ ਸੇਖੋ ਜੀ। ਇਹ ਸੇਵਾ ਟਰਸਟ ਯੂਕੇ ਦੇ ਚੇਅਰਮੈਨ ਨੇ ਤੇ ਅੱਜ ਇੱਕ ਖਾਸ ਮੁਲਾਕਾਤ ਅਸੀਂ ਇਹਨਾਂ ਨਾਲ ਕਰ ਰਹੇ ਹਾਂ। ਇਹਨਾਂ ਤੋਂ ਆਪਾਂ ਜਾਣਾਂਗੇ ਕਿ ਇਹਨਾਂ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ, ਕੰਪੇਨ ਸ਼ੁਰੂ ਕੀਤੀ ਹੈ ਲੰਡਨ ਟੂ ਅੰਮ੍ਰਿਤਸਰ ਡਾਇਰੈਕਟ ਫਲਾਈਟਸ, ਉਹਦਾ ਪਿਛੋਕੜ ਕਿਵੇਂ ਇਹਨਾਂ ਨੇ ਜਿਹੜੀ ਕੰਪੇਨ ਆ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਹਨਾਂ ਦਾ ਇਹ ਸੇਵਾ ਟਰਸਟ ਤੇ ਅੰਮ੍ਰਿਤਸਰ ਵਿਕਾਸ ਮੰਚ ਇਹਨਾਂ ਦਾ ਕਿਵੇਂ ਕੋਲੈਬੋਰੇਸ਼ਨ ਹੋਇਆ ਤੇ ਪਿਛੋਕੜ ਕੀ ਆ ਤੇ ਕਿਵੇਂ ਜਿਹੜੀ ਇਹ ਮੁਹਿੰਮ ਚੱਲ ਰਹੀ ਆ, ਇਹਨਾਂ ਤੋਂ ਆਪਾਂ ਪੁੱਛਾਂਗੇ। ਸਤਿ ਸ਼੍ਰੀ ਅਕਾਲ ਸਰਦਾਰ ਚਰਨ ਸਿੰਘ ਸੇਖੋ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਇਹ ਦੱਸੋ ਕਿ ਇਹ ਜਿਹੜੀ ਆਪਣੀ ਮੁਹਿੰਮ ਆ ਇਹ ਕਦੋਂ ਸਟਾਰਟ ਹੋਈ ਤੇ ਇਹਦੇ ਵਿੱਚ ਸੇਵਾ ਟਰਸਟ ਯੂਕੇ ਬਾਰੇ ਵੀ ਥੋੜਾ ਚਾਨਣਾ ਪਾਓ ਤੇ ਵਿਕਾਸ ਮੰਚ ਜੋ ਅੰਮ੍ਰਿਤਸਰ ਦਾ ਉਹਦੇ ਬਾਰੇ ਵੀ ਕਿਵੇਂ ਤੁਸੀਂ ਇਹ ਜੁੜ ਕੇ ਇਸ ਨੂੰ ਸ਼ੁਰੂ ਕੀਤਾ ਤੇ ਉਸ ਦੇ ਨਾਲ ਹੀ ਫਿਰ ਇੱਥੋਂ ਯੂਕੇ ਤੋਂ ਜਿਹੜੀ ਸਪੋਰਟ ਮਿਲੀ ਆ ਮੈਂਬਰ ਪਾਰਲੀਮੈਂਟ ਸਰਦਾਰ ਤਰਨਜੀਤ ਸਿੰਘ ਢੇਸੀ ਸਾਹਿਬ ਤੇ ਹੋਰ ਵੀ ਮੈਂਬਰ ਪਾਰਲੀਮੈਂਟ ਸਾਹਿਬ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤੇ ਇੰਡੀਆ ਤੋਂ ਵੀ ਮੈਂਬਰ ਪਾਰਲੀਮੈਂਟ ਸਾਹਿਬ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ, ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਔਰ ਦੇ ਰਹੇ ਨੇ। ਤੇ ਤੁਸੀਂ ਇਹਦੇ ਬਾਰੇ ਥੋੜਾ ਬੈਕਗਰਾਉਂਡ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਮਨਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਇਹ ਸਪੈਸ਼ਲ ਪ੍ਰੋਗਰਾਮ ਲਿਖਣ ਦਾ, ਕਿਉਂਕਿ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਉਹ ਸੰਗਤਾਂ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਨੇ। ਹਾਂਜੀ, ਸੋ ਇਸ ਲਈ ਤੁਹਾਡਾ ਤੇ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ। ਨਹੀਂ ਭਾਜੀ, ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਸਾਰੇ ਐਮਪੀਜ਼ ਨੂੰ ਲੋਕਾਂ ਨੂੰ ਜੋੜ ਰਹੇ ਹੋ ਤੇ ਇੱਕ ਨੋਬਲ ਕਾਜ਼ ਆ, ਇਸ ਦੀ ਜ਼ਰੂਰਤ ਹੈ। ਸਾਰੇ ਜਿੰਨੇ ਵੀ ਆਪਾਂ ਇੰਗਲੈਂਡ ਦੇ ਵਿੱਚ ਹੈਗੇ ਆ ਸਾਰਿਆਂ ਨੂੰ ਟਰੈਵਲ ਦੀ ਕਨੈਕਟੀਵਿਟੀ ਦੀ ਜ਼ਰੂਰਤ ਹੈਗੀ। ਹਾਂਜੀ, ਸੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਇਹਨੂੰ। ਸੋ ਤੁਸੀਂ ਹੋਰ ਮਤਲਬ ਕਿ ਜ਼ੋਰ ਸ਼ੋਰ ਨਾ ਕਰੋ ਤੇ ਆਪਾਂ ਸਾਰਿਆਂ ਦਾ ਮੀਡੀਆ ਦਾ ਸਹਿਯੋਗ ਲਵਾਂਗੇ, ਆਪਣੇ ਦਰਸ਼ਕਾਂ ਦਾ ਵੀ ਸਹਿਯੋਗ ਲਵਾਂਗੇ। ਤੇ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਦੱਸੋ ਪਿਛੋਕੜ ਵੀ ਕਿਵੇਂ ਸਟਾਰਟ ਹੋਇਆ ਤੇ ਕੀ ਆਪਣਾ ਇਹਦਾ ਮੁਸ਼ਕਲਾਂ ਕੀ ਆਈਆਂ ਤੇ ਕਿਸ ਸਟੇਜ ਤੇ ਆਪਾਂ ਇਸ ਵੇਲੇ ਹੈਗੇ ਆ ਜੀ। ਤੁਸੀਂ ਥੋੜਾ ਜਿਹਾ ਇਸ ਤੇ ਵਿਸਥਾਰ ਨਾਲ ਥੋੜਾ ਜਿਹਾ ਦੱਸੋ ਹਾਂਜੀ ਦਰਸ਼ਕਾਂ ਨੂੰ। ਇਸ ਦਾ ਜੋ ਪਿਛੋਕੜ ਹੈ ਜੀ, ਅੰਮ੍ਰਿਤਸਰ ਵਿਕਾਸ ਮੰਚ, ਹਾਂਜੀ, ਜੋ ਤਕਰੀਬਨ 15-20 ਸਾਲਾਂ ਤੋਂ ਅੰਮ੍ਰਿਤਸਰ ਗੁਰੂ ਕੀ ਨਗਰੀ, ਜਿੱਥੇ ਹਰ ਇੱਕ ਆਪਣਾ ਕੋਈ ਵੀ ਇੰਡੀਆ ਜਾਂਦਾ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ। ਬਿਲਕੁਲ ਜੀ, ਕਿਉਂਕਿ ਸਰਬ ਸਾਂਝੇ ਸਾਰਿਆਂ ਦਾ ਸਰਬ ਸਾਂਝਾ ਸਾਡਾ ਸਥਾਨ ਹੈ। ਕੋਈ ਕਿਸੇ ਇੱਕ ਧਰਮ ਨਾਲ ਨਹੀਂ ਬਿਲੋਂਗ, ਸਾਰੇ ਧਰਮਾਂ ਦੇ ਉੱਥੇ ਜਾ ਕੇ ਨਤਮਸਤਕ ਹੁੰਦੇ, ਮੱਥਾ ਟੇਕਦੇ ਨੇ। ਬਿਲਕੁਲ। ਸੋ ਅੰਮ੍ਰਿਤਸਰ ਨੂੰ ਵਿਕਾਸ ਕਰਨ ਲਈ ਜੋ ਅੰਮ੍ਰਿਤਸਰ ਵਿਕਾਸ ਮੰਚ ਨੇ ਤਕਰੀਬਨ 15-20 ਸਾਲਾਂ ਤੋਂ ਬੀੜਾ ਚੁੱਕਿਆ ਹੋਇਆ ਹੈ। ਸਾਰੇ ਦੇ ਸਾਰੇ ਉਹਨਾਂ ਦੇ ਟੀਮ ਮੈਂਬਰ ਨਿਰੋਲ ਸੇਵਾਦਾਰ ਨੇ ਜੀ, ਉਹ ਆਪਣੀਆਂ ਫੁੱਲ ਟਾਈਮ ਜੌਬਾਂ ਕਰਦੇ ਨੇ ਤੇ ਇੱਧਰ ਨਿਰੋਲ ਸੇਵਾ ਕਰ ਰਹੇ ਨੇ। ਬਹੁਤ ਵਧੀਆ ਗੱਲ ਜੀ। ਸੋ ਉਹਨਾਂ ਨੇ ਇਹ ਓਰੀਜਨਲੀ ਪ੍ਰੋਜੈਕਟ ਸ਼ੁਰੂ ਕੀਤਾ, ਅੰਮ੍ਰਿਤਸਰ ਏਅਰਪੋਰਟ ਡਿਵੈਲਪਮੈਂਟ ਕੈਂਪੇਨ ਕੀਤੀ ਵੀ ਅੰਮ੍ਰਿਤਸਰ ਦਾ ਏਅਰਪੋਰਟ ਐਕਸਪੈਂਡ ਹੋਵੇ। ਤੇ ਉਸ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਦੀਆਂ ਜੋ ਫਲਾਈਟਸ ਨੇ, ਜੋ ਕਨੈਕਟੀਵਿਟੀ ਹੈ, ਉਸ ਬਾਰੇ ਕੈਂਪੇਨ ਉਹਨਾਂ ਨੇ ਸ਼ੁਰੂ ਕੀਤੀ। ਔਰ ਬਹੁਤ ਹੀ ਮੈਨੂੰ ਇਸ ਗੱਲ ਦਾ ਮਾਣ ਵੀ ਔਰ ਖੁਸ਼ੀ ਵੀ ਆ ਕਿ ਸਾਡੇ ਆਪਣੇ ਮੈਂਬਰ ਪਾਰਲੀਮੈਂਟ ਸਲਾਹ ਤੋਂ ਤਰਨਜੀਤ ਸਿੰਘ ਜੀ ਢੇਸੀ, ਜਿਨ੍ਹਾਂ ਨੇ MP ਇਲੈਕਸ਼ਨ ਬਣਨ ਤੋਂ ਪਹਿਲਾਂ ਵੀ ਉਹ ਆਲਰੇਡੀ ਇਸ ਮੁੱਦੇ ਤੇ ਕੈਂਪੇਨ ਕਰ ਰਹੇ ਸੀ, ਹੋਰਾਂ ਮੁੱਦਿਆਂ ਤੇ ਵੀ ਕੈਂਪੇਨ ਕਰ ਰਹੇ ਸੀ। ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਇਲੈਕਸ਼ਨ ਆਪਣੀ ਜੋ ਕੈਂਪੇਨ ਉਸ ਦੌਰਾਨ ਵੀ ਇਹ ਪ੍ਰੋਮਿਸ ਕੀਤਾ ਸੀ ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣਦੇ ਨੇ ਤਾਂ ਇਸ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਨੈਕਟੀਵਿਟੀ ਹੈ ਉਸ ਵੱਲ ਉਹ ਖਾਸ ਧਿਆਨ ਦੇਣਗੇ। ਔਰ ਡੇ 1 ਤੋਂ ਉਹਨਾਂ ਨੇ ਇਹ ਕੈਂਪੇਨ ਸ਼ੁਰੂ ਕੀਤੀ। ਔਰ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਪੰਜਾਬ ਵਿੱਚ ਉਹ ਸਾਰੇ ਜੋ ਲੀਡਰ ਹਨ, ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲੇ। ਉਸ ਤੋਂ ਬਿਨਾਂ ਸੈਂਟਰਲ ਗਵਰਨਮੈਂਟ ਦੇ ਜੋ ਸਾਡੇ ਮਿਨਿਸਟਰ ਹਨ ਉਹਨਾਂ ਨੂੰ ਮਿਲੇ। ਔਰ ਇਸ ਕੈਂਪੇਨ ਨੂੰ ਇੱਕ ਨਵੀਂ ਜੇ ਮੈਂ ਕਹਿ ਲਾਂ ਕਿ ਨਵੀਂ ਡਾਇਰੈਕਸ਼ਨ, ਬਿਲਕੁਲ, ਕਿਉਂਕਿ ਅੰਮ੍ਰਿਤਸਰ ਵਿਕਾਸ ਮੰਚ ਆਲਰੇਡੀ ਇਹ ਕੰਮ ਕਰ ਰਿਹਾ ਸੀ, ਪਰ ਜਿਸ ਤਰੀਕੇ ਦਾ ਕੰਮ, ਜਿਸ ਤਰੀਕੇ ਦੀ ਜੋ ਇਸ ਦੀ ਅਵੇਅਰਨੈਸ ਹੈ, ਉਹ ਢੇਸੀ ਸਾਹਿਬ ਨੇ ਪ੍ਰੋਵਾਈਡ ਕੀਤੀ ਹੈ। ਮੈਂ ਸਮਝਦਾ ਕਿ ਇਸ ਕੈਂਪੇਨ ਨੂੰ ਬਹੁਤ ਵੱਡਾ ਬੂਸਟ ਮਿਲਿਆ। ਤੇ ਸੇਵਾ ਟਰਸਟ ਕਿਵੇਂ ਜੁੜਿਆ ਇਸ ਕੈਂਪੇਨ ਵਿੱਚ, ਉਸ ਲਈ ਮੈਂ ਆਪ ਜੀ ਨੂੰ ਇੱਕ ਦੋ ਐਗਜ਼ਾਮਪਲਾਂ ਦਿੰਦਾ। ਹਾਂਜੀ, ਦੱਸੋ ਜੀ। ਕਿ ਸੇਵਾ ਟਰਸਟ 2016 'ਚ ਪੰਜਾਬ ਅਤੇ ਹਰਿਆਣਾ 'ਚ ਆਪਣੇ ਜੋ ਐਜੂਕੇਸ਼ਨਲ ਪ੍ਰੋਜੈਕਟ ਸ਼ੁਰੂ ਕੀਤੇ। ਤੇ ਉਸ ਦੌਰਾਨ ਸਾਡਾ ਪ੍ਰੋਜੈਕਟ ਹੈ ਕਿ ਜੋ ਸਾਡੇ ਨੌਜਵਾਨ ਹਨ, ਸਾਡੀ ਯੂਥ ਹੈ, ਉਹਨਾਂ ਦੀ ਯੂਥ ਡਿਵੈਲਪਮੈਂਟ ਤੇ ਉਹਨਾਂ ਨੂੰ ਕਨੈਕਟ ਕਰਨਾ ਆਪਣੇ ਰੂਟਸ ਨਾਲ। ਬਹੁਤ ਵਧੀਆ ਗੱਲ ਜੀ, ਇਹ ਵੀ ਬਹੁਤ ਵਧੀਆ ਇਨੀਸ਼ੀਏਟਿਵ ਤੁਹਾਡਾ। ਹਾਂ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਯੂਥ ਆ ਜੋ ਪੰਜਾਬ ਵਾਪਸ ਨਹੀਂ ਗਏ, ਉਹਨਾਂ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਪਿੰਡਾਂ 'ਚੋਂ ਜੰਮੇ ਪਲੇ, ਆਪਾਂ ਸਾਰੇ ਪਿੰਡਾਂ 'ਚੋਂ ਜੰਮੇ ਪਲੇ ਹਾਂ। ਔਰ ਇਹ ਇੱਕ ਪ੍ਰੋਜੈਕਟ ਸੀ ਕਿ ਅਸੀਂ ਯੂਥ ਜੋ
ਸਾਡੇ ਯੰਗਸਟਰ ਚਾਹੁੰਦੇ ਆ ਕਿ ਚੈਰਿਟੀ ਵਰਕ ਕਰਨਾ ਚਾਹੁੰਦੇ ਆ, ਉਹ ਅਲੱਗ-ਅਲੱਗ ਚੈਰਿਟੀਆਂ ਨਾਲ ਕੰਮ ਕਰਦੇ ਆ ਸਮਰ ਹੌਲੀਡੇ 'ਚ। ਹਾਂਜੀ, ਅਸੀਂ ਸੋਚਿਆ ਵੀ ਕਿਉਂ ਨਾ ਇਹ ਸਾਡੇ ਯੂਥ ਜੋ ਯੰਗਸਟਰ ਹੈ ਉੱਥੇ ਪੰਜਾਬ ਜਾ ਕੇ ਵੀ ਚੈਰਿਟੀ ਵਰਕ ਕਰਨ। ਬਿਲਕੁਲ। ਸੋ ਸਭ ਤੋਂ ਵੱਡੀ ਸਾਨੂੰ ਜੋ ਚੈਲੰਜ ਸੀ, ਪ੍ਰੋਬਲਮ ਸੀ ਟਰੈਵਲਿੰਗ, ਕਿਉਂਕਿ ਅਸੀਂ ਜਦੋਂ ਯੂਕੇ ਤੋਂ ਚੱਲਦੇ ਹਾਂ ਡਾਇਰੈਕਟ ਫਲਾਈਟ ਦਿੱਲੀ ਨੂੰ ਮਿਲ ਜਾਂਦੀ ਹੈ। ਹਾਂਜੀ। ਔਰ ਵਾਈਡ ਚੋਇਸ, ਬਹੁਤ ਵੱਡੀ ਚੋਇਸ ਹੁੰਦੀ ਆ, ਤੁਸੀਂ ਅਲੱਗ-ਅਲੱਗ ਫਲਾਈਟਾਂ ਚੂਜ਼ ਕਰ ਸਕਦੇ ਹੋ। ਹਾਂਜੀ, ਜਾ ਸਕਦੇ ਹੋ ਦਿੱਲੀ। ਪਰ ਪੰਜਾਬ ਲਈ ਡਾਇਰੈਕਟ ਫਲਾਈਟ ਨਹੀਂ ਕੋਈ, ਹਾਂਜੀ, ਇਨਡਾਇਰੈਕਟ ਫਲਾਈਟ ਹੈ ਜਾਂ ਫਿਰ ਵਾਇਆ ਦਿੱਲੀ ਹੋ ਕੇ ਜਾਓ। ਸੋ ਇਹ ਸਾਡੇ ਲਈ ਕਾਫੀ ਵੱਡਾ ਚੈਲੰਜ ਸੀ। ਸੋ ਮੈਂ ਆਪਣੇ ਤੌਰ ਤੇ ਔਰ ਮੇਰੇ ਨਾਲ ਦੇ ਟਰਸਟੀਜ਼ ਨੇ ਅਸੀਂ ਹੋਰਾਂ NGO ਨਾਲ ਸੰਪਰਕ ਪੈਦਾ ਕੀਤਾ ਵੀ ਤੁਸੀਂ ਵੀ ਸਾਤੋਂ ਬਹੁਤ ਪਹਿਲਾਂ ਦੇ ਕੰਮ ਕਰ ਰਹੇ ਹੋ, ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹੋ, ਵੀ ਜੋ ਕਨੈਕਟੀਵਿਟੀ ਬਾਰੇ ਵੀ ਆਪਾਂ ਕੀ ਕੈਂਪੇਨ ਕੀਤੀ। ਔਰ ਸਾਰਿਆਂ ਨੇ ਉੱਤਰ ਸੇਮ ਸੀ ਕਿ ਅਸੀਂ ਇਸ ਬਾਰੇ ਕੋਈ ਕੈਂਪੇਨ ਨਹੀਂ ਕੀਤੀ, ਕਿਉਂਕਿ ਅਸੀਂ ਮੇਨ ਮਕਸਦ ਆ ਜੋ ਅਸੀਂ ਪ੍ਰੋਜੈਕਟ ਡਿਲੀਵਰ ਕਰਨ ਆਏ ਹਾਂ ਅਸੀਂ ਉਹ 'ਤੇ ਫੋਕਸ ਕਰ ਰਹੇ ਹਾਂ। ਸੋ ਅਨਫੋਰਚੂਨੇਟਲੀ ਸਾਡੀ ਕੋਈ ਕਲੈਕਟਿਵ ਐਫਰਟ ਨਹੀਂ ਹੋ ਸਕਿਆ। ਤੇ ਫਿਰ ਮੈਂ ਕਾਫੀ ਸੰਸਥਾਵਾਂ ਨੂੰ ਪੁੱਛਿਆ ਵੀ ਕੋਈ ਇਹੋ ਜਿਹੀ ਸੰਸਥਾ ਹੈ ਜੋ ਇਸ ਵਿਸ਼ੇ 'ਤੇ ਕੰਮ ਕਰ ਰਹੀ ਹੈ, ਤਾਂ ਉਹਨਾਂ ਨੇ ਮੈਨੂੰ 2 ਨਾਂ ਵਾਰ-ਵਾਰ ਸਾਹਮਣੇ ਆਏ। ਪਹਿਲਾ ਨਾਮ ਸੀ ਅੰਮ੍ਰਿਤਸਰ ਵਿਕਾਸ ਮੰਚ, ਵੀ ਉਹ ਆਲਰੇਡੀ ਇਸ ਵਿਸ਼ੇ 'ਤੇ ਕੰਮ ਕਰ ਰਿਹਾ। ਉਹ ਦੂਸਰਾ ਨਾਮ ਤਨਮਨਜੀਤ ਸਿੰਘ ਜੀ ਢੇਸੀ। ਹਾਂਜੀ। ਸੋ ਸੇਵਾ ਟਰਸਟ ਵੱਲੋਂ ਮੈਂ ਦੋਨਾਂ ਨੂੰ ਅਪਰੋਚ ਕੀਤਾ ਔਰ ਮੈਨੂੰ ਬੇਹੱਦ ਖੁਸ਼ੀ ਹੈ ਔਰ ਮਾਣ ਵੀ ਹੈ ਕਿ ਅੰਮ੍ਰਿਤਸਰ ਵਿਕਾਸ ਮੰਚ ਦੇ ਜੋ ਓਵਰਸੀਜ਼ ਸਕੱਤਰ ਵੀਰ ਜੀ ਨੇ ਸਮੀਪ ਸਿੰਘ ਜੀ, ਅਤੇ ਇੱਧਰੋਂ ਸਾਡੇ ਢੇਸੀ ਸਾਹਿਬ, ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਗਾਈਡੈਂਸ ਦਿੱਤੀ, ਸਹਿਯੋਗ ਦਿੱਤਾ। ਔਰ ਇਸ ਤਰੀਕੇ ਨਾਲ ਇਹ ਜੋ ਦੋਨੋਂ NGO ਨੇ ਰਲ ਕੇ ਉਹਨਾਂ ਦੀ ਢੇਸੀ ਸਾਹਿਬ ਦੀ ਜੋ ਨੁਮਾਇੰਦਗੀ ਹੇਠ, ਢੇਸੀ ਸਾਹਿਬ ਦੀ ਲੀਡਰਸ਼ਿਪ ਹੇਠ ਅਸੀਂ ਇਹ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਔਰ ਪਾਰਲੀਮੈਂਟ ਵਿੱਚ ਬਹੁਤ ਅਸੀਂ ਜੋ ਵੱਡਾ ਇੱਕ ਪ੍ਰੋਗਰਾਮ ਕੀਤਾ ਸੀ ਪਾਰਲੀਮੈਂਟਰੀ ਲਾਂਚ, ਉਹਦੇ ਵਿੱਚ ਵੀ ਢੇਸੀ ਸਾਹਿਬ ਅਤੇ ਇਹਨਾਂ ਦੇ ਆਫਿਸ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਔਰ ਉਹ ਪਾਰਲੀਮੈਂਟਰੀ ਕੈਂਪੇਨ ਲਾਂਚ ਅਸੀਂ ਪਿਛਲੇ ਟਿਊਜ਼ਡੇ ਕੀਤੀ। ਬਹੁਤ ਵਧੀਆ ਜੀ, ਬਹੁਤ ਵਧੀਆ ਇਨੀਸ਼ੀਏਟਿਵ ਹੈ। ਅਤੇ ਤੁਹਾਨੂੰ ਸਾਰੇ ਗਰੁੱਪਸ ਤੋਂ NGOs ਤੋਂ ਸਹਿਯੋਗ ਮਿਲ ਰਿਹਾ, ਇੱਥੇ MPs ਤੋਂ ਵੀ ਮਿਲ ਰਿਹਾ। ਅਤੇ ਇਹਦੇ ਵਿੱਚ ਕੁਛ ਜਿਹੜੀਆਂ ਮੁਸ਼ਕਲਾਤਾਂ ਆ ਰਹੀਆਂ ਤੁਹਾਨੂੰ ਉਹਦੇ ਬਾਰੇ ਵੀ ਦੱਸੋ ਵੀ ਆਪਾਂ ਨੂੰ ਕਿਹੜੀਆਂ ਗੱਲਾਂ ਕਾਰਨ ਜਿਹੜੀਆਂ ਡਾਇਰੈਕਟ ਫਲਾਈਟਸ ਇਹ ਨਹੀਂ ਜਾ ਰਹੀਆਂ ਉੱਥੇ ਅੰਮ੍ਰਿਤਸਰ ਦੇ ਵਿੱਚ। ਹਾਂਜੀ, ਇਹ ਬਹੁਤ ਹੀ ਤੁਹਾਡਾ ਵੈਲਿਡ ਕੁਐਸਚਨ ਹੈ ਜੀ, ਬਹੁਤ ਰੈਲੇਵੈਂਟ ਕੁਐਸਚਨ ਹੈ। ਉਹਦੇ 'ਚ 2 ਮੇਜਰ ਕਾਰਨ ਮੈਂ ਸਮਝਦਾ ਹੋ ਰਹੇ ਨੇ। ਪਹਿਲਾ ਕਾਰਨ ਸੀ ਲੈਕ ਆਫ ਸਸਟੇਨੇਬਿਲਿਟੀ, ਕਿਉਂਕਿ ਜੋ ਫਲਾਈਟ ਸਾਡੀਆਂ ਸ਼ੁਰੂ ਹੋਈਆਂ, ਤੁਹਾਨੂੰ ਯਾਦ ਹੋਵੇਗਾ ਕਿ ਈਵਨ ਜੈਟ ਏਅਰਵੇਜ਼ ਵੀ, ਹਾਂਜੀ, ਕਾਫੀ ਦੇਰ ਪਹਿਲਾਂ ਡਾਇਰੈਕਟ ਫਲਾਈਟ ਜੈਟ ਏਅਰਵੇਜ਼ ਦੀ ਲੰਡਨ ਤੋਂ ਅੰਮ੍ਰਿਤਸਰ ਕੁਛ ਦੇਰ ਲਈ ਗਈ, ਪਰ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਕੁਛ ਕਾਰਨ ਸੀਗੇ ਕਿ ਕਲੱਬ ਕਲਾਸ ਦੇ ਪੈਸੇਂਜਰ ਨਹੀਂ ਉਹਨਾਂ ਨੂੰ ਮਿਲ ਰਹੇ ਸੀ ਜਾਂ ਕਾਰਗੋ ਨਹੀਂ ਸੀ ਮਿਲ ਰਿਹਾ। ਇਹ ਰੀਜ਼ਨ ਦਿੱਤੇ ਸੀ ਕਿ ਅਸੀਂ ਇਸ ਕਰਕੇ ਇਹਨੂੰ ਸਟਾਪ ਕਰ ਰਹੇ ਹਾਂ। ਹਾਂਜੀ, ਇਸ ਤੋਂ ਬਿਨਾਂ ਹੋਰ ਵੀ 1-2 ਫਲਾਈਟ 에ਅਰ ਇੰਡੀਆ ਨੇ ਵੀ ਟਰਾਈ ਕੀਤਾ ਸੀ ਔਰ ਜੋ ਫਲਾਈਟ ਬਹੁਤ ਹੀ ਕਾਮਯਾਬ ਨਹੀਂ ਹੋ ਸਕੀ ਉਹਨਾਂ ਮੁਤਾਬਕ। ਹਾਂਜੀ, ਇੱਕ ਤਾਂ ਇਹ ਕਾਰਨ ਹੋ ਗਿਆ ਵੀ ਜੋ ਫਲਾਈਟਾਂ ਸ਼ੁਰੂ ਹੋਈਆਂ ਸਸਟੇਨ ਨਹੀਂ ਹੋਈਆਂ। ਉਹਦੇ ਵਿੱਚ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਵੀ ਲੈਕ ਆਫ ਬਿਜ਼ਨਸ ਕਲਾਸ ਪੈਸੇਂਜਰਸ, ਕਿਉਂਕਿ ਕੋਈ ਵੀ 에ਅਰਲਾਈਨ ਆ ਉਹਦੇ ਲਈ ਜੋ ਕਮਰਸ਼ੀਅਲ ਵਾਇਬਿਲਿਟੀ ਆ ਦੈਟ ਇਜ਼ ਰੀਅਲੀ ਇੰਪੋਰਟੈਂਟ। ਕਿਉਂਕਿ ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ, ਕਿਉਂਕਿ ਉਹ ਦੇ ਆਰ ਰਨਿੰਗ ਅ ਬਿਜ਼ਨਸ। ਠੀਕ ਹੈ ਨਾ। ਸੋ ਇੱਕ ਇਹ ਕਾਰਨ ਸੀ। ਦੂਸਰਾ ਕਾਰਨ ਸੀ ਕਿ ਜੋ ਸਾਡੀ ਕਲੈਕਟਿਵ ਵੌਇਸ ਨਹੀਂ ਸੀ ਬਣ ਸਕੀ, ਕਿਉਂਕਿ ਇਸ ਮੁੱਦੇ ਲਈ ਕਿਸੇ ਵੀ ਆਰਗੇਨਾਈਜੇਸ਼ਨ ਨੇ ਦੂਸਰੇ ਆਰਗੇਨਾਈਜੇਸ਼ਨ ਨਾਲ ਪਾਰਟਨਰਸ਼ਿਪ ਕਰਕੇ ਇੱਕ ਕਲੈਕਟਿਵ ਵੌਇਸ ਨਹੀਂ ਪ੍ਰੋਡਿਊਸ ਕੀਤੀ। ਅਤੇ ਨਾਲ ਹੀ ਮੈਂ ਪੁਆਇੰਟ ਐਡ ਕਰਦਾ ਕਿ ਸਾਡੇ ਪਾਸ ਓਥੈਂਟਿਕ ਡੇਟਾ ਕਿ ਸਾਡੀ ਪੈਸੇਂਜਰ ਦੀ ਗਿਣਤੀ, ਕਿਹੜੇ ਪੈਸੇਂਜਰ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਰਹੇ ਨੇ, ਇਹਦੇ ਬਾਰੇ ਕੋਈ ਸੈਂਟਰਲਾਈਜ਼ ਸਿਸਟਮ ਅਸੀਂ ਪੈਦਾ ਕਰਕੇ ਕੋਈ ਇੱਕ ਇਹੋ ਜਿਹੇ ਡੇਟਾ ਸੋਰਸ ਨਹੀਂ, ਪੂਰੀ ਇਨਫੋਰਮੇਸ਼ਨ ਨਹੀਂ ਸੀ ਡਿਮਾਂਡ ਬਾਰੇ। ਅਤੇ ਮਤਲਬ ਕਿ ਕੁਛ ਕੀ ਹੋਰ ਵੀ ਕੋਈ ਮੁਸ਼ਕਲਾਂ ਸੀ, ਕੋਈ ਮਤਲਬ ਕਿ ਏਵੀਏਸ਼ਨ ਡਿਪਾਰਟਮੈਂਟ ਦੇ ਨਾਲ ਆਪਣਾ ਜੋ ਦਿੱਲੀ ਦੇ ਵਿੱਚ ਜਾਂ ਕੋਈ ਜਿਹੜੇ ਕੁਛ ਐਗਰੀਮੈਂਟ ਇੰਟਰਨੈਸ਼ਨਲ ਹੁੰਦੇ ਉਹਨਾਂ ਕਰਕੇ ਕੋਈ ਮੁਸ਼ਕਲ ਸੀ, ਉਹਦੇ ਬਾਰੇ ਵੀ ਦੱਸੋ ਵੀ ਕਿਉਂ ਇਹ ਜਿਹੜੀ ਫਲਾਈਟ ਕਾਫੀ ਦੇਰ ਤੋਂ ਡਿਮਾਂਡ ਚੱਲ ਰਹੀ ਆ। ਅਤੇ ਹੁਣ ਬੜੀ ਵਧੀਆ ਗੱਲ ਆ ਕਿ ਇਹ ਸਾਰੇ ਇਕੱਠੇ ਹੋ ਕੇ ਇਹਦੇ ਵਾਸਤੇ ਲੌਬੀ ਕਰ ਰਹੇ ਆ, ਕੰਪੇਨ ਕਰ ਰਹੇ ਆ, ਪਰ ਇਹ ਮਤਲਬ ਕਿ ਕੀ ਗੱਲ ਕੀ ਆ ਕਿ ਇਹ ਮਤਲਬ ਕਿ ਕਿਉਂ ਨਹੀਂ ਸ਼ੁਰੂ ਹੋ। ਹਾਂਜੀ, ਇਹਦੇ 'ਚ 2 ਕਾਰਨ। ਤੁਸੀਂ ਏਵੀਏਸ਼ਨ ਅਥਾਰਟੀ ਦਾ ਨਾਮ ਮੈਂਸ਼ਨ ਕੀਤਾ। ਸੇਵਾ ਟਰਸਟ ਵੱਲੋਂ ਅਸੀਂ ਏਵੀਏਸ਼ਨ ਅਥਾਰਟੀ ਨੂੰ ਡਾਇਰੈਕਟ ਚਿੱਠੀਆਂ ਵੀ ਲਿਖੀਆਂ। ਔਰ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਏਵੀਏਸ਼ਨ ਅਥਾਰਟੀ ਵੱਲੋਂ ਜੋ ਉਹਨਾਂ ਦੇ ਭਾਰਤ ਸਰਕਾਰ ਦੇ ਜੋ ਏਵੀਏਸ਼ਨ ਦੇ ਸੈਕਟਰੀ ਨੇ ਸ਼੍ਰੀ ਰਮਨਾ, ਉਹਨਾਂ ਦੇ ਰਿਟਨ ਰਿਸਪੌਂਸ ਵੀ ਉਹਨਾਂ ਨੇ ਭੇਜਿਆ। ਔਰ ਉਹਨਾਂ ਨੇ ਕਲੈਰੀਫਾਈ ਕੀਤਾ ਹੈ ਕਿ ਜੋ ਸੇਵਾ ਟਰਸਟ ਨੂੰ ਰਿਸਪੌਂਸ ਮਿਲਿਆ ਕਿ ਯੂਕੇ ਜਿਹੜੇ ਵਰਲਡ ਦੇ 5 ਕੰਟਰੀਜ਼ ਨੇ, ਯੂਕੇ, ਬ੍ਰਾਜ਼ੀਲ, ਚਿਲੀ, ਮੈਕਸੀਕੋ ਅਤੇ ਅਮਰੀਕਾ, ਇਹ ਜਿਹੜੇ 5 ਮੁਲਕ ਨੇ ਇਹਨਾਂ ਨਾਲ ਸਾਡਾ ਇੰਡੀਆ ਦਾ ਬਾਈਲੈਟਰਲ ਐਗਰੀਮੈਂਟ ਹੈ।
ਠੀਕ ਹੈ ਜੀ। ਉਹਨੂੰ ਬਾਇਲੈਟਰਲ ਐਗਰੀਮੈਂਟ ਕਿ ਦੋਨਾਂ ਆਪਸ ਵਿੱਚ ਕੰਟਰੀਆਂ ਦੀ ਜੋ 에ਅਰਲਾਈਨਾਂ ਨੇ ਹਾਂਜੀ। ਉਹ ਇੱਕ ਦੂਸਰੇ ਦੇ ਮੁਲਕ ਵਿੱਚ ਆ ਜਾ ਸਕਦੇ ਆ ਵਿੱਚ ਜੇ ਹਾਂ, ਸੋ ਬਿਨਾਂ ਕਿਸੇ ਐਗਰੀਮੈਂਟ ਆਲਰੇਡੀ ਹੋ ਚੁੱਕਾ ਤੇ ਉਹ ਫਲਾਈ ਕਰ ਸਕਦੇ ਆ। ਹਾਂ, ਤੇ ਯੂਕੇ ਅਤੇ ਅਮਰੀਕਾ ਉਸ ਬਾਇਲੈਟਰਲ ਐਗਰੀਮੈਂਟ ਵਿੱਚ ਸ਼ਾਮਲ ਹੈ। ਠੀਕ ਹੈ ਜੀ। ਪਰ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤੀ ਸੀ ਗੱਲ ਕਿ 에ਅਰਲਾਈਨਾਂ ਲਈ ਜੋ ਕਮਰਸ਼ੀਅਲ ਵਾਇਬਿਲਿਟੀ ਦਾ ਐਸਪੈਕਟ ਬਹੁਤ ਜ਼ਰੂਰੀ ਹੈ। ਹਾਂਜੀ। ਉਸ ਸਮੇਂ ਸ਼ਾਇਦ ਇਹ ਗੱਲ ਠੀਕ ਸੀ ਕਿ ਬਿਜ਼ਨਸ ਕਲਾਸ ਦੇ ਪੈਸੇਂਜਰ ਜਾਂ ਕਾਰਗੋ ਇਹਨਾਂ ਨਹੀਂ ਸੀ ਮਿਲ ਰਿਹਾ, ਪਰ ਹੁਣ ਪਿਛਲੇ 10 ਸਾਲਾਂ ਵਿੱਚ ਤੁਸੀਂ ਦੇਖੋ ਕਿ ਕਿਤਨੀ ਇਕਨੋਮਿਕ ਗਰੋਥ ਹੋ ਗਈ ਹੈ। ਹਾਂਜੀ, ਕਾਫੀ ਫਰਕ ਪਿਆ ਦੇਖੋ ਨਾ। ਹਾਂਜੀ, ਡਿਵੈਲਪਮੈਂਟ ਵੀ ਹੋਈ ਆ, ਪ੍ਰੋਸਪੈਰਿਟੀ ਵੀ ਹੋਈ ਆ, ਤੇ ਹੁਣ ਸਿਚੁਏਸ਼ਨ ਡਿਫਰੈਂਟ ਹੈ। ਇਸ ਕਰਕੇ ਜਿਹੜਾ ਨਵੀਂ ਇਨਫੋਰਮੇਸ਼ਨ ਹੈ ਉਹਦੇ ਬੇਸ ਤੇ ਆਪਾਂ ਲੌਬੀ ਕਰਕੇ ਤੇ ਇਹ ਫਲਾਈਟਾਂ ਸਟਾਰਟ ਆਪਾਂ ਜਲਦੀ ਤੋਂ ਜਲਦੀ ਕਰਵਾਉਣੀਆਂ। ਉਹਦੇ ਵਿੱਚ ਆਪਾਂ ਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ। ਤੇ ਤੁਸੀਂ ਮਤਲਬ ਕਿ ਹੋਰ ਵੀ ਦੱਸੋ ਕਿ ਆਪਣੇ ਕਿਹੜੀ ਆਪਣਾ ਗਾਂਹ ਜਿਹੜਾ ਪਲਾਨ ਆਫ ਐਕਸ਼ਨ ਹੈ ਹੁਣ ਆਪਾਂ ਮਤਲਬ ਕਿ ਇਸ ਕੈਂਪੇਨ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਹਾਂਜੀ, ਉਸ ਤੋਂ ਕੈਂਪੇਨ ਨੂੰ ਅੱਗੇ ਲੈ ਜਾਣ ਤੋਂ ਪਹਿਲਾਂ ਮੈਂ ਜੋ ਤੁਸੀਂ ਪਹਿਲਾ ਕੁਐਸਚਨ ਕੀਤਾ ਸੀ ਕਿ ਜੋ ਸਾਨੂੰ ਚੈਲੰਜਸ ਕਿਹੜੇ ਨੇ। ਹਾਂਜੀ, ਕੋਈ ਆਬਸਟੈਕਲਸ ਕਿਹੜੇ ਆ ਰਹੇ ਨੇ। ਇਸ ਵਿੱਚ ਪਹਿਲਾ ਤਾਂ ਚੈਲੰਜ ਇਹ ਸੀ ਕਿ ਜੋ ਆਥੈਂਟਿਕ ਡੇਟਾ ਸਾਡੇ ਪਾਸ ਨਹੀਂ ਸੀ। ਠੀਕ ਹੈ ਜੀ। ਅੰਮ੍ਰਿਤਸਰ ਵਿਕਾਸ ਮੰਚ ਨੇ ਇਸ 'ਤੇ ਬਹੁਤ ਵਧੀਆ ਕੰਮ ਕੀਤਾ। ਹਾਂਜੀ। ਔਰ ਟਿਊਜ਼ਡੇ ਵਾਲੇ ਦਿਨ ਉਹਨਾਂ ਨੇ ਜੋ ਓਵਰਸੀਜ਼ ਸਕੱਤਰ ਆ ਉਹਨਾਂ ਦੇ ਸਮੀਪ ਸਿੰਘ ਜੀ, ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਔਰ ਉਸ ਵਿੱਚ ਉਹਨਾਂ ਨੇ ਆਥੈਂਟਿਕ ਡੇਟਾ ਪ੍ਰੈਜ਼ੈਂਟ ਕੀਤਾ ਕਿ ਤਕਰੀਬਨ 600 ਦੇ ਕਰੀਬ ਪੈਸੇਂਜਰ ਨੇ ਜਿਹੜੇ ਹਰ ਰੋਜ਼ ਉੱਥੋਂ ਅੰਮ੍ਰਿਤਸਰ ਤੋਂ ਇਨਡਾਇਰੈਕਟਲੀ ਟਰੈਵਲ ਕਰ ਰਹੇ ਆ। ਸੋ ਇਹਨਾਂ ਪੈਸੇਂਜਰਾਂ ਵਿੱਚ ਹਜੇ ਉਹ ਬਹੁਤ ਸਾਰੇ ਐਸੇ ਪੈਸੇਂਜਰ ਨੇ ਜੋ ਬਾਏ ਰੋਡ ਦਿੱਲੀ ਜਾਂਦੇ ਨੇ। ਹਾਂਜੀ। ਉਹ ਇਨਕਲੂਡਡ ਨਹੀਂ ਸੀ। ਬਿਲਕੁਲ। ਸੋ ਇੱਥੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੀ ਜੋ ਉੱਥੇ ਡਿਮਾਂਡ ਹੈ ਬਹੁਤ ਇਹ ਇੱਕ ਵੱਡੇ ਲੈਵਲ ਦੀ ਡਿਮਾਂਡ ਹੈ। ਤੇ ਜੇ ਅਸੀਂ ਉਹ ਸਾਰੇ ਪੈਸੇਂਜਰ ਐਡ ਕਰ ਲਈਏ ਤਾਂ ਸ਼ਾਇਦ 1000 ਤੋਂ ਵੀ ਉੱਪਰ ਪੈਸੇਂਜਰ ਪੰਜਾਬ ਤੋਂ ਐਵਰੀ ਡੇ ਉਹ ਬਾਹਰ ਫਲਾਈ ਕਰਦਾ ਆ ਸਕਦੇ ਭਾਜੀ। ਮੇਰਾ ਖਿਆਲ ਹੈ ਕਿ 2-3 ਹਵਾਈ ਜਹਾਜ਼ ਭਰ ਕੇ ਆ ਸਕਦੇ। ਹਾਂਜੀ, ਡਾਇਰੈਕਟ। ਹਾਂਜੀ, ਸੋ ਇੰਨੀ ਕੁ ਡਿਮਾਂਡ ਹੈ ਅੰਮ੍ਰਿਤਸਰ ਤੋਂ, ਔਰ ਇਹ ਡਿਮਾਂਡ ਲਗਾਤਾਰ ਵੱਧ ਰਹੀ ਹੈ। ਟਰੈਵਲ ਵੱਧ ਰਿਹਾ ਤੇ ਇਹ ਟਰੈਵਲ ਤੇ ਵੈਸੇ ਗਲੋਬਲੀ ਵੱਧ ਰਿਹਾ, ਪਰ ਪੰਜਾਬ ਦੇ ਵਿੱਚ ਵੀ ਆਪਣਾ ਤੇ ਆਪਾਂ ਇਹ ਜਿਹੜੀ ਕਨੈਕਟੀਵਿਟੀ ਆ ਬਹੁਤ ਜ਼ਰੂਰੀ ਆ ਗਾਂ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਉਹਨੂੰ ਵੀ ਜੋੜਨ ਵਾਸਤੇ। ਤੇ ਸੇਖੋ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਇਹ ਹੈ ਕਿ ਤੁਸੀਂ ਹੋਰ ਵੀ ਦੱਸੋ ਕਿ ਆਪਣੇ ਇਹ ਜਿਹੜੀ ਆਪਾਂ ਮੂਵਮੈਂਟ ਚਲਾਈ ਆ ਇਹਦੇ ਵਿੱਚ ਸਾਡੇ ਦਰਸ਼ਕ ਕਿਵੇਂ ਪਾਰਟਿਸਿਪੇਟ ਕਰ ਸਕਦੇ ਆ। ਹਾਂਜੀ, ਇਹਦੇ ਬਾਰੇ ਵੀ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਦੁਬਾਰਾ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਇਹ ਮੂਵਮੈਂਟ ਨੂੰ ਬੂਸਟ ਕਰਨ ਲਈ ਔਰ ਇਹ ਮੂਵਮੈਂਟ ਨੂੰ ਇੱਕ ਤਰ੍ਹਾਂ ਨਾਲ ਲੀਡ ਲੈਣ ਲਈ ਤਨਮਨ ਸਿੰਘ ਢੇਸੀ ਬਹੁਤ ਹਾਰਡ ਵਰਕ ਕਰ ਰਹੇ ਆ। ਉਹਨਾਂ ਦਾ ਬਹੁਤ ਸ਼ੁਕਰਾਨਾ ਜੀ। ਉਹਨਾਂ ਦੀ ਰਹਿਨੁਮਾਈ ਹੇਠ, ਉਹਨਾਂ ਦੀ ਲੀਡਰਸ਼ਿਪ ਹੇਠ ਅਸੀਂ ਇਹ ਕੰਮ ਕਰ ਰਹੇ ਹਾਂ ਸਾਰੇ, ਕਿਉਂਕਿ ਉਹਨਾਂ ਨੇ ਜੋ ਇਸ ਕੈਂਪੇਨ ਨੂੰ ਅੱਗੇ ਲਿਜਾਣ ਲਈ ਔਰ ਇਸ ਕੈਂਪੇਨ ਦੀਆਂ ਬਰੀਕੀਆਂ ਨੂੰ ਸਮਝਿਆ ਹੈ। ਹਾਂਜੀ। ਉਹਨਾਂ ਨੇ ਟੈਕਨੀਕਲ ਪੁਆਇੰਟ ਜਿਹੜੇ ਸੀ ਉਹਨਾਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਕ ਤਰ੍ਹਾਂ ਨਾਲ ਇਹ ਬੂਸਟ ਹੋਇਆ ਕਿ ਹੋਰ ਵੀ NGO ਨਾਲ ਜੁੜ ਰਹੀਆਂ ਨੇ। ਹਾਂਜੀ, ਬਿਲਕੁਲ। ਸੋ ਇਸ ਨੂੰ ਕੈਂਪੇਨ ਨੂੰ ਅੱਗੇ ਲਿਜਾਣ ਲਈ ਹੁਣ ਸਭ ਤੋਂ ਪਹਿਲਾਂ ਤਾਂ ਇੱਕ ਸਟੈਪ ਸੀ ਜੋ ਕਿ ਆਲ ਸਟੇਕ ਹੋਲਡਰਸ ਅੰਡਰ ਵਨ ਰੂਫ, ਕਿਉਂਕਿ ਜਦੋਂ ਅਸੀਂ ਫਲਾਈਟ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਏਵੀਏਸ਼ਨ ਅਥਾਰਟੀ ਇਨਵੋਲਵ ਹੈ। ਹਾਂਜੀ। ਇੰਡੀਅਨ ਗਵਰਨਮੈਂਟ ਇਨਵੋਲਵ ਹੈ। ਉਸ ਤੋਂ ਬਿਨਾਂ UK ਏਵੀਏਸ਼ਨ ਅਥਾਰਟੀ ਔਰ 에ਅਰਲਾਈਨਸ। ਸੋ ਥੀਸ ਆਰ ਦਾ ਕੀ ਸਟੇਕ ਹੋਲਡਰਸ। ਹਾਂਜੀ। ਇਹ ਸੇਵਾ ਟਰਸਟ, ਅੰਮ੍ਰਿਤਸਰ ਵਿਕਾਸ ਮੰਚ ਅਤੇ ਤਨਮਨਜੀਤ ਸਿੰਘ ਢੇਸੀ ਆਫਿਸ ਸਾਰਿਆਂ ਨੇ ਰਲ ਕੇ ਅਸੀਂ ਮੈਜੋਰਟੀ ਆਫ ਦਾ ਸਟੇਕ ਹੋਲਡਰਸ ਅੰਡਰ ਵਨ ਰੂਫ ਤੁਸੀਂ ਸਾਰਿਆਂ ਨੂੰ ਅਪਰੋਚ ਕਰ ਰਹੇ ਹੋ। ਸਾਰਿਆਂ ਨੂੰ ਅਪਰੋਚ ਕੀਤਾ ਔਰ ਅਸੀਂ ਇਹ ਪਾਰਲੀਮੈਂਟਰੀ ਕੈਂਪੇਨ ਦੀ ਜੋ ਲਾਂਚ ਕੀਤਾ ਉੱਥੇ 에ਅਰ ਇੰਡੀਆ ਦੇ ਰਿਪਰੈਜ਼ੈਂਟੇਟਿਵ, ਹਾਂਜੀ, ਇੰਡੀਅਨ ਹਾਈ ਕਮਿਸ਼ਨ ਦੇ ਰਿਪਰੈਜ਼ੈਂਟੇਟਿਵ, ਹਾਂਜੀ, UK BJP ਦੇ ਪ੍ਰੈਜ਼ੀਡੈਂਟ, ਵੈਰੀ ਗੁੱਡ, ਔਰ ਪੰਜਾਬ ਤੋਂ ਉਚੇਚੇ ਤੌਰ ਤੇ ਜੋ MLA ਨੇ ਅੰਮ੍ਰਿਤਸਰ ਦੇ ਔਜਲਾ ਜੀ, ਕਿਉਂਕਿ ਔਜਲਾ ਜੀ ਬਹੁਤ ਇਸ ਮੁੱਦੇ ਤੇ ਸਿੰਸੈਰਿਟੀ ਨਾਲ ਕੰਮ ਕਰ ਰਹੇ ਆ। ਹਾਂਜੀ, ਉਹ ਵੀ ਹਾਜ਼ਰ ਹੋਏ ਔਰ ਉਸ ਤੋਂ ਬਿਨਾਂ ਹੋਰ 에ਅਰਲਾਈਨਾਂ ਦੇ ਰਿਪਰੈਜ਼ੈਂਟੇਟਿਵ ਤੇ ਨਾਲੋਂ ਨਾਲ ਅਸੀਂ ਕਮਿਊਨਿਟੀ ਲੀਡਰਸ ਔਰ ਬਿਜ਼ਨਸ ਲੀਡਰਸ, ਕਿਉਂਕਿ ਤੁਸੀਂ ਗੱਲ ਕੀਤੀ ਸੀ ਕਾਰਗੋ ਦੀ, ਬਿਲਕੁਲ, ਉਸ ਮੀਟਿੰਗ ਵਿੱਚ ਢਿੱਲੋਂ ਸਾਹਿਬ ਜੋ ਢਿੱਲੋਂ ਫਾਰਮ ਵਾਲੇ ਉਹ ਵੀ ਮੌਜੂਦ ਸਨ। ਉਹਨਾਂ ਨੇ ਬਹੁਤ ਵਧੀਆ ਐਗਜ਼ਾਮਪਲਾਂ ਦਿੱਤੀਆਂ ਕਿ ਕੀ ਕਾਰਨ ਹੋਇਆ ਹੈ ਕਿ ਉਹਨਾਂ ਨੂੰ ਜੋ ਆਪਣਾ ਜੋ ਸਬਜ਼ੀਆਂ ਵਗੈਰਾ ਉੱਥੋਂ ਲੈ ਕੇ ਆਉਂਦੇ ਸੀ ਉਹ ਹੁਣ ਨਹੀਂ ਲਿਆ ਸਕਦੇ, ਔਰ ਜੇ ਇਹ ਫਲਾਈਟ ਸ਼ੁਰੂ ਹੁੰਦੀ ਆ ਤਾਂ ਬਿਲਕੁਲ, ਹਾਂਜੀ, ਕਾਰਗੋ ਵੀ ਆ ਸਕਦਾ, ਹਾਂਜੀ, ਬਿਜ਼ਨਸ ਜੋ ਅਪਰਚੁਨਿਟੀਜ਼ ਨੇ ਉਸ ਨੂੰ ਵੀ ਬਹੁਤ ਫਾਇਦਾ ਮਿਲਦਾ। ਬਿਲਕੁਲ ਜੀ, ਜੇ ਦੁਬਈ ਸਬਜ਼ੀਆਂ ਆਉਂਦੀਆਂ ਤੇ ਅੰਮ੍ਰਿਤਸਰ ਤੋਂ ਵੀ ਡਾਇਰੈਕਟ ਆ ਸਕਦੀਆਂ, ਡਾਇਰੈਕਟ ਫਲਾਈਟ ਵਿੱਚ, ਕਿਉਂਕਿ ਲਾਈਫ ਸਪੈਨ ਵੀ ਜ਼ਰੂਰੀ ਹੁੰਦਾ ਕਿ ਸ਼ਾਰਟ ਹੁੰਦਾ। ਹਾਂਜੀ, ਸੋ ਇਸ ਕਰਕੇ ਬਿਜ਼ਨਸ ਨੂੰ ਵੀ ਇਹਦੇ ਵਿੱਚ ਵਧੀਆ ਰਹੇਗਾ ਤੇ ਪੈਸੇਂਜਰ ਵਾਸਤੇ ਤਾਂ ਮਤਲਬ ਕਿ ਬਹੁਤ ਵਧੀਆ ਰਹੇਗਾ, ਸਹੂਲਤ ਹੋਏਗੀ। ਤੇ ਮੇਰਾ ਖਿਆਲ ਹੈ ਕਿ ਆਪਣੇ ਨਾਲ ਢੇਸੀ ਸਾਹਿਬ ਜੁੜ ਚੁੱਕੇ ਆ ਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਢੇਸੀ ਸਾਹਿਬ, ਮੇਰੇ ਨਾਲ ਵੀਰ ਜੀ ਸੇਖੋ ਸਾਹਿਬ ਬੈਠੇ ਨੇ
ਤੇ ਤੁਸੀਂ ਮਤਲਬ ਕਿ ਗੱਲਬਾਤ ਅਸੀਂ ਕਰ ਰਹੇ ਹਾਂ, ਜਿਹੜੀ ਡਾਇਰੈਕਟ ਫਲਾਈਟਸ ਜਿਹੜੀ ਆਪਾਂ ਮੂਵਮੈਂਟ ਸ਼ੁਰੂ ਕੀਤੀ, ਤੁਸੀਂ ਬਹੁਤ ਜ਼ੋਰ ਸ਼ੋਰ ਨਾਲ ਇਹਨੂੰ ਅੱਗੇ ਵਧਾ ਰਹੇ ਹੋ, ਤੇ ਉਹਦੇ ਬਾਰੇ ਤੁਸੀਂ ਵੀ ਥੋੜ੍ਹੇ ਜਿਹੜੇ ਆਪਣੇ ਜਿਹੜਾ ਐਕਸਪੀਰੀਅੰਸ ਆ ਹੁਣ ਤੱਕ ਕਿਵੇਂ ਚੱਲ ਰਹੀ ਹੈ ਤੇ ਇਹਨੂੰ ਕਿਵੇਂ ਅੱਗੇ ਆਪਾਂ ਲੈ ਕੇ ਜਾਣਾ, ਤੇ ਉਹਦੇ ਬਾਰੇ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰੋ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧੀਆ ਕੰਮ ਜਿਹੜਾ ਸਿੱਖ ਚੈਨਲ ਵੀ ਕਰ ਰਿਹਾ ਵੀ ਇਸ ਮਸਲੇ ਨੂੰ ਉਜਾਗਰ ਕਰਨ ਲਈ। ਇਹ ਜਿਵੇਂ ਹੁਣ ਚਰਨ ਕਮਲ ਸਿੰਘ ਸੇਖੋਂ ਜੀ, ਉਹ ਵੀ ਤੁਹਾਡੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਟੂਡੀਓ ਦੇ ਵਿੱਚ ਬੈਠੇ ਆ। ਆਪਣਾ ਜਿਹੜਾ ਇਹ ਕੰਮ, ਜਿਹੜਾ ਇਹ ਮੁਹਿੰਮ ਜਿਹੜੀ ਆਪਾਂ ਪਿਛਲੇ ਹਫ਼ਤੇ ਤਾਂ ਪਾਰਲੀਮੈਂਟ, ਜੋ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਵੀ ਇਸ ਮਸਲੇ ਦੀ ਗੂੰਜ ਉੱਥੇ ਆ ਗਈ ਆ। ਇਹ ਵੀ ਇਸ ਕਰਕੇ ਅਸੀਂ ਚੇਤਾ ਕਰਾਉਣਾ ਚਾਹੁੰਦੇ ਸੀਗੇ ਵੀ ਜਿਹੜੇ ਉੱਥੇ ਅਥਾਰਟੀਜ਼ ਨੇ ਦਿੱਲੀ ਦੇ ਵਿੱਚ, ਜਿਨ੍ਹਾਂ ਨੇ ਫੈਸਲਾ ਲੈਣਾ ਆ ਏਅਰ ਇੰਡੀਆ ਪ੍ਰਤੀ, ਵੀ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਇੱਕ ਵਾਰੀ ਫਿਰ ਚੇਤਾ ਕਰਾਈਏ ਤਾਂ ਦਿਖਾਈਏ ਵੀ ਇਹ ਸਰਬਪੱਖੀ ਜਿਹੜੀ ਪਾਰਟੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ, ਜੋ ਪੰਜਾਬੀ ਭਾਈਚਾਰੇ ਵੱਲੋਂ ਵੀ। ਤੇ ਜਿੱਥੇ ਤੱਕ ਇਸ ਗੱਲ ਦਾ ਪਿਛੋਕੜ ਆ, ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਇੱਥੇ ਜਿਹੜੀਆਂ ਸਿੱਧੀਆਂ ਉਡਾਨਾਂ ਹੁੰਦੀਆਂ ਸੀ ਇੱਥੇ ਲੰਡਨ ਤਾਂ ਬਰਮਿੰਘਮ ਤੋਂ ਉਧਰ ਅੰਮ੍ਰਿਤਸਰ ਲਈ। ਹਾਂਜੀ। ਫਿਰ ਕੁਝ ਕਾਰਨਾਂ ਕਰਕੇ ਇਹ ਕੁਝ ਸਾਲ ਪਹਿਲਾਂ ਜੋ 2009 ਚ ਤਕਰੀਬਨ ਬੰਦ ਹੋ ਗਿਆ ਸੀਗਾ ਵੀ ਜਿਹੜੀਆਂ ਡਾਇਰੈਕਟ ਜਿਹੜੀਆਂ ਉਡਾਨਾਂ, ਫਿਰ ਇਹ ਚਾਹੇ ਉਹ ਜੈਟ ਏਅਰਵੇਜ਼ ਸੀ, ਏਅਰ ਇੰਡੀਆ ਸੀ, ਇਹ ਸਭ ਫਿਰ ਵਾਇਆ ਦਿੱਲੀ ਜਾਂ ਹੋਰ ਪਾਸਿਓ, ਜਿਹੜਾ ਹੁਣ ਆਪਾਂ ਤੁਰਕਮੇਨਿਸਤਾਨ ਦੇ ਰਾਹੀਂ ਜਾਣਾ ਪੈਂਦਾ, ਉਜ਼ਬੈਕਿਸਤਾਨ ਦੇ ਰਾਹੀਂ ਜਾਂ ਦੁਬਈ ਜਾਂ ਕਤਰ ਦੇ ਰਾਹੀਂ, ਫਿਰ ਉਹ ਕੋਈ ਜਿਹੜੀਆਂ ਸਿੱਧੀਆਂ ਉਡਾਨਾਂ ਰਹੀਆਂ ਨਹੀਂ। ਤੇ ਫਿਰ ਪਿਛਲੇ ਕੁਝ ਸਾਲਾਂ ਤੋਂ, ਪਿਛਲੇ ਤਕਰੀਬਨ 7-8 ਸਾਲਾਂ ਤੋਂ ਇਹ ਬਹੁਤ ਜ਼ੋਰਦਾਰ ਤਰੀਕੇ ਨਾਲ ਅਲੱਗ-ਅਲੱਗ ਪਾਸਿਓਂ ਮੰਗ ਹੋਈ, ਪਰ ਕੁਝ ਕਾਰਨਾਂ ਕਰਕੇ ਉਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਵੀ ਜਾਂ ਤਾਂ ਮਸਲੇ ਹੋਰ ਜਿਹੜੇ ਕਈ ਪ੍ਰਾਇਓਰਿਟੀ 'ਚ ਆ ਜਾਂਦੇ ਨੇ। ਸੋ ਜਦੋਂ ਪਿਛਲੇ ਸਾਲ ਜਦੋਂ ਹੁਣ ਸਲੋ ਦੇ ਲੋਕਾਂ ਨੇ ਮੈਨੂੰ MP ਬਣਾਇਆ, ਤਾਂ ਉਦੋਂ ਉਹਨਾਂ ਵੱਲੋਂ ਵੀ ਇਹ ਮੰਗ ਸੀ ਕਿ ਆਪਾਂ ਕੋਸ਼ਿਸ਼ ਕਰੀਏ ਵੀ ਡਾਇਰੈਕਟ ਫਲਾਈਟਸ ਫਿਰ ਸ਼ੁਰੂ ਹੋਣ। ਸੋ ਸਾਡੀ ਆਪਣੀ ਵੀ ਇਹ ਖੁਆਇਸ਼ ਸੀ। ਹੁਣ ਆਪਾਂ ਪੰਜਾਬ ਦੇ ਨਾਲ ਸੰਬੰਧਿਤ ਆ ਸਾਰੇ, ਆਪਾਂ ਉੱਥੇ ਜਾਂਦੇ ਆ, ਗੁਰੂ ਦੀ ਨਗਰੀ ਜਿਹੜੀ ਹੈਗੀ ਆ, ਆਪਣੇ ਦਰਬਾਰ ਸਾਹਿਬ ਵੀ ਆਪਾਂ ਨਤਮਸਤਕ ਹੋਣਾ ਹੁੰਦਾ ਆ। ਸੋ ਸਾਡੇ ਸਾਰਿਆਂ ਨੂੰ ਇਹ ਖੱਜਲ ਖੁਆਰ ਹੋ ਕੇ, ਚਾਹੇ ਉਹ ਦਿੱਲੀ ਦੇ ਰਾਹੀਂ ਚਾਹੇ ਹੋਰ ਦੇਸ਼ਾਂ ਦੇ ਰਾਹੀਂ ਜਾਣਾ ਪੈਂਦਾ ਆ। ਸੋ ਇਸ ਮੁੱਦੇ ਨੂੰ ਪ੍ਰਮੁੱਖ ਲੈ ਕੇ ਜਦੋਂ ਮੈਂ ਪਿਛਲੇ ਜੁਲਾਈ ਅਗਸਤ ਦੇ ਵਿੱਚ ਉੱਥੇ ਪੰਜਾਬ ਤੋਂ ਦਿੱਲੀ ਗਿਆ, ਉੱਥੇ ਮੈਂ ਜਿਹੜੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ, ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਜੀ ਬਾਦਲ, ਅਤੇ ਹੋਰ ਜਿੰਨੇ ਵੀ ਕੈਬਨਿਟ ਮੰਤਰੀ ਸਨ ਜਾਂ ਜਿਹੜੇ ਓਪੋਜੀਸ਼ਨ ਲੀਡਰ ਸੀ, ਉਹਨਾਂ ਸਾਰਿਆਂ ਦੇ ਨਾਲ ਇਸ 'ਤੇ ਗੱਲਬਾਤ ਕੀਤੀ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਮੀਡੀਆ ਵੱਲੋਂ ਵੀ ਬਹੁਤ ਸਾਥ ਦਿੱਤਾ ਗਿਆ, ਕਿਉਂਕਿ ਜਿਹੜੇ ਮੈਂ 5-6 ਜਿਹੜੇ ਪ੍ਰਮੁੱਖ ਮੁੱਦੇ ਚੁੱਕੇ ਸੀ, ਉਹਨਾਂ ਵਿੱਚੋਂ ਜਿਹੜੀਆਂ ਸਿੱਧੀਆਂ ਉਡਾਨਾਂ, ਇਹ ਇੱਕ ਪ੍ਰਮੁੱਖ ਸੀਗਾ ਮੁੱਦਾ ਵੀ ਇਹਨੂੰ ਤੁਸੀਂ ਜ਼ਰੂਰ ਸਵੀਕਾਰ ਕਰੋ ਵੀ ਬਾਹਰ ਬੈਠੇ ਜਿਹੜੇ NRI ਨੇ ਉਹ ਚਾਹੁੰਦੇ ਨੇ ਵੀ ਡਾਇਰੈਕਟ ਉਡਾਨਾਂ ਹੋਣ। ਫਿਰ ਮੈਨੂੰ ਪਤਾ ਲੱਗਾ ਵੀ ਇਹ ਜਿਹੜਾ ਡਾਇਰੈਕਟ ਜਿਹੜੀਆਂ ਉਡਾਨਾਂ ਲਈ ਇਹ ਜਿਹੜਾ ਫੈਸਲਾ, ਜਿੱਥੇ ਤੱਕ ਏਅਰ ਇੰਡੀਆ ਦੀ ਗੱਲ ਹੈ, ਤੇ ਇਹ ਬਹੁਤ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਏਅਰ ਇੰਡੀਆ ਹੈ ਉਹ ਇੱਕ ਨੈਸ਼ਨਲਾਈਜ਼ਡ ਕੈਰੀਅਰ, ਯਾਨੀ ਕਿ ਉਹ ਰਾਸ਼ਟਰੀ ਕੈਰੀਅਰ ਹੈ। ਇਹ ਉਹਨਾਂ ਦਾ ਜਿਹੜਾ ਫੈਸਲਾ ਲਿਆ ਜਾਂਦਾ ਹੈ, ਉਹ ਜੋ ਇੰਡੀਅਨ ਕੈਬਨਿਟ ਲੈਂਦੀ ਹੈ ਦਿੱਲੀ ਦੇ ਵਿੱਚ, ਉਹ ਏਅਰ ਇੰਡੀਆ ਤੇ ਲਾਗੂ ਹੁੰਦਾ ਹੈ। ਸੋ ਯਾਨੀ ਕਿ ਜੇ ਆਪਾਂ ਚਾਹੀਏ ਵੀ ਆਪਾਂ ਲੰਡਨ ਤੋਂ ਜਾਂ ਬਰਮਿੰਘਮ ਤੋਂ ਅੰਮ੍ਰਿਤਸਰ ਨੂੰ ਡਾਇਰੈਕਟ ਫਲਾਈਟਾਂ ਕਰਵਾਈਏ, ਉਹਦਾ ਫੈਸਲਾ ਨਾ ਲੰਡਨ ਦੇ ਵਿੱਚ ਲਿਆ ਜਾਣਾ ਆ, ਨਾ ਹੀ ਬਰਮਿੰਘਮ ਦੇ ਵਿੱਚ, ਤੇ ਨਾ ਹੀ ਅੰਮ੍ਰਿਤਸਰ ਦੇ ਵਿੱਚ। ਉਹਦਾ ਫੈਸਲਾ ਦਿੱਲੀ ਦੇ ਵਿੱਚ ਲਿਆ ਜਾਣਾ, ਜਿਸ ਤੱਕ ਏਅਰ ਇੰਡੀਆ ਦੀ ਗੱਲ ਹੈ। ਸੋ ਇਸ ਗੱਲ ਨੂੰ ਅੱਗੇ ਤੋਰਦਾ ਹਾਂ ਮੈਂ, ਜਦੋਂ ਦਿੱਲੀ ਦੇ ਵਿੱਚ ਅਲੱਗ-ਅਲੱਗ ਜਿਹੜੇ ਮੰਤਰੀ ਸਾਹਿਬਾਨ ਸਨ, ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ। ਮੈਂ ਉਚੇਚੇ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਵਿਜੇ ਸਾਂਪਲਾ, ਜੋ ਕਿ ਉਸ ਸਮੇਂ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਸਨ ਤੇ ਮੰਤਰੀ ਵੀ ਨੇ ਵਜ਼ਾਰਤ ਦੇ ਵਿੱਚ, ਉਹਨਾਂ ਦੇ ਰਾਹੀਂ ਮੈਂ ਜਿਹੜੇ ਜਯੰਤ ਸਿਨਹਾ ਜਿਹੜੇ ਸਿਵਲ ਏਵੀਏਸ਼ਨ ਮਿਨਿਸਟਰ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਢੀਂਡਸਾ ਸਾਹਿਬ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਣੀ ਆ, ਉਹਨਾਂ ਦੇ ਰਾਹੀਂ ਜੋ ਅਰੁਣ ਜੇਤਲੀ ਜੀ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਤੇ ਸੁਸ਼ਮਾ ਸਵਰਾਜ ਜਿਹੜੇ ਵਿਦੇਸ਼ ਮੰਤਰੀ ਨੇ। ਸੋ ਇਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਵੀ ਬਾਹਰ ਵਾਸਤੇ ਜਿਹੜੇ ਪੰਜਾਬੀ ਨੇ ਉਹ ਮਹਿਸੂਸ ਕਰ ਰਹੇ ਨੇ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ, ਕਿ ਕਿਉਂ ਨਹੀਂ, ਜਿੱਥੇ ਤੱਕ ਹੁਣ ਡਾਇਰੈਕਟ ਫਲਾਈਟਸ ਜਿਹੜੀਆਂ ਜਾਂਦੀਆਂ ਨੇ ਉਹ ਚਾਹੇ ਦਿੱਲੀ, ਮੁੰਬਈ ਤੋਂ, ਅਹਿਮਦਾਬਾਦ ਤੋਂ ਵੀ ਆ ਰਹੀਆਂ ਨੇ, ਪਰ ਪੰਜਾਬੀਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਡਾ ਜਿਹੜਾ ਨਾਤਾ ਉਹ ਦਿਨ ਬ ਦਿਨ ਟੁੱਟ ਰਿਹਾ ਹੈ। ਸੋ ਇਹ ਮੰਗ ਨੂੰ ਉਹਨਾਂ ਨੇ ਗੌਰ ਫਰਮਾਇਆ, ਆਪਸ 'ਚ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ, ਤੇ ਮੈਨੂੰ ਉਦੋਂ ਬੇਹੱਦ ਖੁਸ਼ੀ ਹੋਈ ਜਦੋਂ ਇਹਨਾਂ ਨੇ ਅਗਸਤ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਸਰਕਾਰ ਵੱਲੋਂ ਵਿਜੇ ਸਾਂਪਲਾ ਵੀ ਬੈਠੇ ਸਨ ਤੇ ਮੈਂ ਵੀ ਬੈਠਾ ਸੀ।
ਤੇ ਉਹਨਾਂ ਨੇ ਉਦੋਂ ਐਲਾਨ ਕੀਤਾ ਕਿ ਅਸੀਂ 6 ਮਹੀਨਿਆਂ ਦੇ ਅੰਦਰ ਅੰਦਰ ਵੀ 2018 ਦੇ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਡੀ ਮੰਗ ਨਾਲ ਸਹਿਮਤ ਹਾਂ ਵੀ ਤੁਸੀਂ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉੱਥੇ ਯੂਕੇ ਤੋਂ ਆਏ ਹੋ, ਤੇ ਇਹ ਸਾਰੀਆਂ ਗੱਲਾਂ ਨੂੰ ਪ੍ਰਮੁੱਖ ਰੱਖਦੇ ਹੋਏ ਅਸੀਂ ਸਭ ਤੋਂ ਪਹਿਲਾਂ ਬਰਮਿੰਘਮ ਤੋਂ ਜਿਹੜੀਆਂ ਫਲਾਈਟਸ ਸ਼ੁਰੂ ਕਰਾਂਗੇ। ਇਹ ਜਿਹੜੀ ਖਬਰ ਵੀ ਉਹਨਾਂ ਨੇ ਉਦੋਂ ਅਗਸਤ ਦੇ ਵਿੱਚ ਜਿੰਨੀਆਂ ਵੀ ਉੱਥੇ ਇੰਡੀਆ 'ਚ ਅਖਬਾਰਾਂ ਸੀ, ਟ੍ਰਿਬਿਊਨ, ਅਜੀਤ ਵਗੈਰਾ, ਉਹ ਸਾਰਿਆਂ ਦੇ ਵਿੱਚ ਉਦੋਂ ਲੱਗ ਗਈ ਸੀ ਵੀ ਸਰਕਾਰ ਵੱਲੋਂ ਇਹਦੀ ਪੁਸ਼ਟੀ ਕੀਤੀ ਗਈ ਵੀ ਅਸੀਂ ਬਰਮਿੰਘਮ ਤੋਂ ਉਡਾਉਣਾ ਸ਼ੁਰੂ ਕਰ ਦੂੰਗੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਬਈ ਜਿੱਥੇ ਤੱਕ ਲੰਡਨ ਦੀ ਗੱਲ ਹੈ ਵੀ ਇਹ ਤਾਂ ਥੋੜਾ ਹਜੇ ਸਾਨੂੰ ਦੇਖਣਾ ਪੈਣਾ ਆ ਵੀ ਕਿਹੜੀ ਉਡਾਨ ਅਸੀਂ ਬਾਕੀਆਂ ਦਾ ਜਾਇਜ਼ਾ ਲੈਣਾ ਆ ਵੀ ਜੇ ਕੋਈ ਫੇਲਿੰਗ ਹੋ ਰਹੀ ਹੋਵੇ ਜਾਂ ਇੰਨਾ ਵਧੀਆ ਪਰਫਾਰਮ ਨਹੀਂ ਕਰਦੀ ਹੋਊਗੀ ਉਹ ਰੂਟ ਅਸੀਂ ਡਾਇਵਰਟ ਕਰ ਦੂੰਗੇ ਜੋ ਲੰਡਨ ਹੀਥਰੋ ਤੋਂ ਅੰਮ੍ਰਿਤਸਰ ਨੂੰ। ਸੋ ਉਹਨਾਂ ਦਾ ਜਾਇਜ਼ਾ ਮੈਂ ਸਮਝਦਾ ਹਾਂ ਕਿ ਕਿਉਂਕਿ ਆਪਾਂ ਇਸ ਜੋ ਮੰਗ ਨੂੰ ਆਪਾਂ ਜ਼ੋਰਦਾਰ ਤਰੀਕੇ ਨਾਲ ਅੱਗੇ ਵੀ ਲੈ ਕੇ ਜਾ ਰਹੇ ਹਾਂ ਤੇ ਉਹ ਜ਼ਰੂਰ ਹੁਣ ਆਪਣੇ ਵਾਅਦੇ ਦੇ ਮੁਤਾਬਕ ਜੋ ਲੰਡਨ ਹੀਥਰੋ ਤੋਂ ਅੰਮ੍ਰਿਤਸਰ ਨੂੰ ਵੀ ਉਹ ਫਲਾਈਟ ਚਾਲੂ ਕਰੂਗੇ। ਪਰ ਦੇਖੋ ਇਹ ਕਈ ਵਾਰੀ ਜਿਹੜਾ ਗੱਲਾਂ ਹੁੰਦੀਆਂ ਨੇ ਭੇਜੇ ਆਪਾਂ ਵਧੀਆ ਸਲੀਕੇ ਨਾਲ ਤਰੀਕੇ ਨਾਲ ਉਹਨਾਂ ਨੂੰ ਅਦਬ ਤੇ ਸਤਿਕਾਰ ਨਾਲ ਬੇਨਤੀਆਂ ਕਰੀਏ ਤੇ ਉਹ ਮੰਗਾਂ ਨੂੰ ਮੰਨਿਆ ਵੀ ਜਾਂਦਾ ਆ ਜੋ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਨੇ। ਮੈਂ ਨਾਲੇ ਧੰਨਵਾਦੀ ਵੀ ਹਾਂ ਜੋ ਆਪਣੇ ਹਾਈ ਕਮਿਸ਼ਨਰ ਅਤੇ ਜੋ ਏਅਰ ਇੰਡੀਆ ਦੇ ਯੂਰੋਪੀਅਨ ਤੇ ਯੂਕੇ ਦੇ ਹੈਡ ਤਾਰਾ ਨਾਇਡੂ ਜੀ, ਉਹਨਾਂ ਦੇ ਨਾਲ ਵੀ ਮੇਰੀਆਂ ਮੀਟਿੰਗਸ ਹੋਈਆਂ ਤਾਂ ਉਹਨਾਂ ਤੋਂ ਵੀ ਮੈਨੂੰ ਇਹੀ ਗੱਲ ਪਤਾ ਲੱਗੀ ਵੀ ਦਿੱਲੀ ਤੇ ਤੁਸੀਂ ਜ਼ੋਰ ਪਾਓ, ਅਸੀਂ ਤੁਹਾਡੀ ਜਿਹੜੀ ਮੰਗ ਹੈ ਦਿੱਲੀ ਤੱਕ ਪਹੁੰਚਾ ਦੇਵਾਂਗੇ, ਪਰ ਤੁਸੀਂ ਖੁਦ ਵੀ ਜਾ ਕੇ ਉੱਥੇ ਗੱਲ ਕਰੋ। ਸੋ ਉਹਨਾਂ ਦਾ ਜਿਹੜਾ ਸਲਾਹ ਮਸ਼ਵਰਾ ਸੀਗਾ ਇਹ ਵੀ ਬਹੁਤ ਜ਼ਰੂਰੀ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਤਰੀਕੇ ਨਾਲ ਇਸ ਗੱਲ ਨੂੰ ਸਿਰੇ ਚਾੜੀਏ। ਤੇ ਹੁਣ ਜਿੱਥੇ ਤੱਕ ਇਹ ਪਾਰਲੀਮੈਂਟ ਦੀ ਗੱਲ ਹੈ, ਇਹਦੇ ਵਿੱਚ ਜਿਹੜਾ ਪ੍ਰਮੁੱਖ ਰੋਲ ਹੈਗਾ ਆ ਇਸ ਸਾਰੇ ਪ੍ਰੋਗਰਾਮ ਨੂੰ ਉਲੀਕਣ ਦੇ ਲਈ, ਇਹਦੇ ਲਈ ਜਿਹੜੇ ਆਪਣੇ ਅੰਮ੍ਰਿਤਸਰ ਵਿਕਾਸ ਮੰਚ ਸਮੀਪ ਸਿੰਘ ਮੁਟਾਲਾ ਜੀ ਉਹ ਉਚੇਚੇ ਤੌਰ ਤੇ ਅੰਮ੍ਰਿਤਸਰ ਤੋਂ ਪਹੁੰਚੇ ਸਨ। ਉਹਨਾਂ ਨੇ ਵੀ ਬਹੁਤ ਹਮਲਾ ਕਈ ਸਾਲਾਂ ਤੋਂ ਉਹਨਾਂ ਨੇ ਤਾਂ ਜੋ ਅੰਮ੍ਰਿਤਸਰ ਵਿਕਾਸ ਮੰਚ ਹੈ ਸਰਕਾਰ ਜੋ ਏਅਰ ਇੰਡੀਆ ਤੇ ਕੋਰਟ ਕੇਸ ਵੀ ਕੀਤਾ ਹੋਇਆ ਹੈ। ਤੁਹਾਡੇ ਦਰਸ਼ਕ ਸ਼ਾਇਦ ਇਸ ਗੱਲ ਨੂੰ ਨਾ ਜਾਣਦੇ ਹੋਣ ਵੀ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ ਵੀ ਇਹ ਵਿਤਕਰਾ ਹੋ ਰਿਹਾ ਹੈ। ਇਸ ਦੇ ਨਾਲ ਨਾਲ ਜਿਹੜੇ ਸੇਵਾ ਟਰਸਟ ਯੂਕੇ ਦੇ ਜੋ ਚੇਅਰਮੈਨ ਜੋ ਤੁਹਾਡੇ ਨਾਲ ਇਸ ਸਮੇਂ ਬੈਠੇ ਨੇ ਚਰਨ ਕਮਲ ਸਿੰਘ ਸੇਖੋ ਜੀ, ਉਹਨਾਂ ਨੇ ਵੀ ਬਾਕੀ ਸਾਰਿਆਂ ਨੂੰ ਹੰਭਲਾ ਮਾਰ ਕੇ ਕਿਹਾ ਵੀ ਆਪਾਂ ਇਕੱਠੇ ਹੋਈਏ ਤੇ ਪਾਰਲੀਮੈਂਟ ਦੇ ਵਿੱਚ ਫੰਕਸ਼ਨ ਕਰੀਏ। ਤੇ ਮੈਂ ਧੰਨਵਾਦੀ ਹਾਂ ਸਾਡੇ ਜਿਹੜੇ MP ਸਾਹਿਬਾਨ ਜਿਹੜੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਵੀ ਉਚੇਚੇ ਤੌਰ ਤੇ ਸੀਮਾ ਮਲਹੋਤਰਾ ਜੀ ਜੋ ਕਿ ਫੈਲਥਮ ਐਂਡ ਹੈਸਟਨ ਦੇ MP ਨੇ ਅਤੇ ਮੁਹੰਮਦ ਯਸੀਨ ਜੀ ਜੋ ਬੈਡਫੋਰਡ ਤੋਂ MP ਨੇ ਉਹ ਵੀ ਉੱਥੇ ਪਹੁੰਚੇ ਸਨ। ਤੇ ਇਹਦੇ ਨਾਲ ਜਿਹੜੇ ਅਲੱਗ-ਅਲੱਗ ਏਅਰਲਾਈਨਸ ਵਾਲੇ ਵੀ ਪਹੁੰਚੇ ਸਨ। ਪਰ ਜਿੱਥੇ ਤੱਕ ਫਲਾਈ ਪੌਪ ਏਅਰ ਇੰਡੀਆ ਜੋ ਹਾਈ ਕਮਿਸ਼ਨਰ ਤੋਂ ਵੀ ਆਏ ਸਨ ਵਿਅਕਤੀ, ਉਧਰ ਗੁਰੂ ਘਰਾਂ ਦੇ ਵਿੱਚੋਂ ਜੋ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਜੋ ਸਿੰਘ ਸਭਾ ਸਾਊਥ ਹਲ ਦੇ ਪ੍ਰਧਾਨ ਨੇ, ਏਦਾਂ ਹੀ ਸ੍ਰੀ ਗੁਰੂ ਰਵਿਦਾਸ ਸਾਊਥ ਹਲ ਦੇ ਪ੍ਰਧਾਨ ਵੀ ਉੱਥੇ ਪਹੁੰਚੇ ਹੋਏ ਸਨ ਅਤੇ ਹੋਰ ਜੋ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ, ਚਾਹੇ ਉਹ ਕੁਲਦੀਪ ਸਿੰਘ ਸ਼ੇਖਾਵਤ ਜੀ ਜਿਹੜੇ BJP ਯੂਕੇ ਦੇ ਪ੍ਰਧਾਨ ਨੇ, ਅਜੀਤ ਸਿੰਘ ਔਜਲਾ ਜੀ ਜਿਹੜੇ MP ਅੰਮ੍ਰਿਤਸਰ ਨੇ, ਉਹ ਚੇਚੇ ਤੌਰ ਤੇ ਇੰਡੀਆ ਤੋਂ ਚੱਲ ਕੇ ਆਏ ਸਨ। ਬਹੁਤ ਵਧੀਆ ਭਾਜੀ, ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ। ਤੁਹਾਡਾ ਇਹਦਾ ਸਿਹਰਾ ਤੁਹਾਡੇ ਸਿਰ ਜਾਂਦਾ, ਤੁਸੀਂ ਸਾਰਿਆਂ ਨੂੰ ਇਕੱਠੇ ਕੀਤਾ ਤੇ ਬਹੁਤ ਮਿਹਨਤ ਕਰ ਰਹੇ ਹੋ। ਵਾਹਿਗੁਰੂ ਕਾਮਯਾਬੀ ਕਰੇ ਤੇ ਬਹੁਤ ਬਹੁਤ ਧੰਨਵਾਦ ਆਪਣੇ ਢੇਸੀ ਸਾਹਿਬ ਦਾ। ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਖੋ ਸਾਹਿਬ, ਤੁਸੀਂ ਅੰਤ ਦੇ ਵਿੱਚ ਸਾਰਿਆਂ ਨੂੰ, ਦਰਸ਼ਕਾਂ ਨੂੰ, ਹੋਰ ਵੀ ਸਾਰੇ ਵੇਖਣ ਵਾਲੇ ਤੇ ਕੁਝ ਜਿਹੜੀਆਂ ਆਰਗੇਨਾਈਜੇਸ਼ਨ ਉਹਨਾਂ ਨੂੰ ਸਾਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਮੂਵਮੈਂਟ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਜੀ ਸਮੂਹ ਸੰਗਤਾਂ ਦਾ ਔਰ ਸਮੂਹ ਆਰਗੇਨਾਈਜੇਸ਼ਨ ਦਾ ਧੰਨਵਾਦ ਕਰਦਾ ਉਹਨਾਂ ਦੇ ਸਹਿਯੋਗ ਦਾ। ਔਰ ਮੇਰੀ ਬੇਨਤੀ ਇਹ ਹੈ ਕਿ ਆਪਾਂ ਇਸ ਕੈਂਪੇਨ ਨੂੰ ਅੱਗੇ ਲੈ ਕੇ ਜਾਣਾ, ਉਸ ਲਈ ਅਸੀਂ 2-3 ਚੀਜ਼ਾਂ ਕਰ ਸਕਦੇ ਹਾਂ। ਪਹਿਲੀ ਹੈ ਸੋਸ਼ਲ ਮੀਡੀਆ। ਸਾਡੇ ਯੰਗਸਟਰ ਅੱਜ ਹਰ ਇੱਕ ਸੋਸ਼ਲ ਮੀਡੀਆ ਯੂਜ਼ ਕਰਦਾ, ਟਵਿੱਟਰ, ਫੇਸਬੁੱਕ। ਹਾਂਜੀ, ਸੋ ਪਲੀਜ਼ ਯੂਜ਼ #FlyAmritsar। ਇਸ ਵਨ ਵਰਡ #FlyAmritsar। ਕਿਤੇ ਵੀ ਕੋਈ ਤੁਸੀਂ ਪੋਸਟ ਪਾਉਂਦੇ ਹੋ ਫੇਸਬੁੱਕ ਤੇ, ਟਵਿੱਟਰ ਤੇ ਪੋਸਟ ਪਾਉਂਦੇ ਹੋ, ਸੋ ਇਹ ਹੈਸ਼ਟੈਗ ਯੂਜ਼ ਕਰੋ। ਔਰ ਨਾਲੋਂ ਨਾਲ ਜੋ ਅੰਮ੍ਰਿਤਸਰ ਏਅਰਪੋਰਟ ਦਾ ਟਵਿੱਟਰ ਅਕਾਊਂਟ ਹੈ, ਉਸਦੀ ਵੈਬਸਾਈਟ ਹੈ, ਤੁਸੀਂ ਉਸ ਨਾਲ ਲਿੰਕ ਹੋਵੋ। ਔਰ ਜੋ ਪਟੀਸ਼ਨ ਦੀ ਤੁਸੀਂ ਗੱਲ ਕੀਤੀ ਹੈ, ਉਹ ਪਟੀਸ਼ਨ ਤਿਆਰ ਹੋ ਰਹੀ ਆ, ਅੰਮ੍ਰਿਤਸਰ ਵਿਕਾਸ ਮੰਚ ਉਹ 'ਤੇ ਕੰਮ ਕਰ ਰਿਹਾ। ਜਿਉਂ ਹੀ ਉਹ ਪਟੀਸ਼ਨ ਤਿਆਰ ਹੋ ਜਾਏਗੀ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ ਕਿ ਆਪਾਂ ਮੈਕਸੀਮਮ ਪਟੀਸ਼ਨ ਉਹ ਸਾਈਨ ਕਰੀਏ। ਔਰ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਨੇ ਪਹਿਲਾਂ ਸਹਿਯੋਗ ਦਿੱਤਾ ਇਸ ਕੈਂਪੇਨ ਨੂੰ ਆਪਾਂ ਰਲ ਮਿਲ ਕੇ ਸਾਰਿਆਂ ਨੇ ਅੱਗੇ ਲੈ ਕੇ ਜਾਣਾ, ਕਿਉਂਕਿ ਸਭ ਦੀ ਸਾਂਝੀ ਕੈਂਪੇਨ ਹੈ। ਬਿਲਕੁਲ ਜੀ, ਰਲ ਮਿਲ ਕੇ ਆਪਾਂ ਨੂੰ ਹਮਲਾ ਮਾਰਨਾ ਤੇ ਇਹ ਜਿਹੜੀਆਂ ਫਲਾਈਟਾਂ ਆਪਾਂ ਲੰਡਨ ਤੋਂ ਜਲਦੀ ਸ਼ੁਰੂਆਤ ਇਹਨਾਂ ਦੀ ਕਰਾਈਏ ਤੇ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਇਸ ਜਿਹੜੀ ਸਾਡੀ ਕੈਂਪੇਨ ਹੈ ਇਹਨੂੰ ਆਪਾਂ ਜਾਰੀ ਰੱਖੀਏ
ਤੇ ਬਹੁਤ ਹੀ ਜਲਦੀ ਸਾਰੇ ਦਰਸ਼ਕਾਂ ਵਾਸਤੇ ਸਾਰਿਆਂ ਵਾਸਤੇ ਇਹ ਸਹੂਲਤ ਹੋਈ ਕਿ ਆਪਾਂ ਡਾਇਰੈਕਟ ਲੰਡਨ ਤੋਂ ਅੰਮ੍ਰਿਤਸਰ ਜਾ ਸਕੀਏ ਤੇ ਆ ਸਕੀਏ। ਤੇ ਇਹ ਹੀ ਕਹਿੰਦੇ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।